ਕਿਸਾਨ ਵੀਰੋ ਲੈ ਕੇ ਹਾਜ਼ਰ ਹਾਂ ਤੁਹਾਡਾ ਆਪਣਾ ਪ੍ਰੋਗਰਾਮ ਮੇਰਾ ਪਿੰਡ ਮੇਰੇ ਖੇਤ। ਕਿਸਾਨ ਵੀਰੋ, ਜਿਵੇਂ ਕਿ ਤੁਸੀਂ ਜਾਣਦੇ ਹੋ ਕਿ ਸਾਡੇ ਮੁਲਕ ਦੇ ਵਿੱਚ 70ਵੇਂ ਦਹਾਕੇ ਦੇ ਵਿੱਚ ਆਈ ਹਰੀ ਕ੍ਰਾਂਤੀ ਤੋਂ ਬਾਅਦ ਸਾਡੇ ਮੁਲਕ ਦੇ ਵਿੱਚ ਕੀਟਨਾਸ਼ਕ ਜ਼ਹਿਰਾਂ ਔਰ ਰਸਾਇਣਕ ਖਾਦਾਂ ਦੀ ਵਰਤੋਂ ਜਿਹੜੀ ਉਹਦੀ ਸ਼ੁਰੂਆਤ ਹੋਈ ਔਰ ਸ਼ੁਰੂ ਦੇ ਵਿੱਚ ਇਹਨਾਂ ਦੀ ਵਰਤੋਂ ਸੀ ਜਿਹੜੀ ਉਹਦਾ ਮੁੱਖ ਮਕਸਦ ਜਿਹੜਾ ਸੀ ਉਹ ਵੱਧ ਝਾੜ ਦੀ ਪ੍ਰਾਪਤੀ ਸੀ। ਪਰ ਸਮੇਂ ਦੇ ਨਾਲ ਸਮੇਂ ਨੇ ਪੁੱਠਾ ਗੇੜ ਖਾਧਾ ਤੇ ਇਹਨਾਂ ਦੀ ਅੰਧਾਧੁੰਦ ਵਰਤੋਂ ਦੇ ਸਦਕਾ ਅੱਜ ਦੀ ਤਰੀਕ ਦੇ ਵਿੱਚ ਸਾਡੀ ਹਵਾ, ਪਾਣੀ ਤੇ ਮਿੱਟੀ ਦੇ ਉੱਤੇ ਇਹਨਾਂ ਦੀ ਵਰਤੋਂ ਦੇ ਸਦਕਾ ਜਿੱਥੇ ਮਾੜੇ ਪ੍ਰਭਾਵ ਦੇਖਣ ਨੂੰ ਸਾਹਮਣੇ ਆ ਰਹੇ ਆ, ਉੱਥੇ ਸਾਡੀ ਜਿਹੜੀ ਮਨੁੱਖੀ ਸਿਹਤ ਆ ਉਹਦੇ ਵਿੱਚ ਵੀ ਬੜੀ ਵੱਡੀ ਪੱਧਰ ਦੇ ਉੱਪਰ ਗਿਰਾਵਟ ਜਿਹੜੀ ਆ ਉਹ ਸਾਹਮਣੇ ਆਈ ਹੈ। ਸੋ ਇਹਨਾਂ ਹਾਲਾਤਾਂ ਦੇ ਵਿੱਚ ਖੇਤੀ ਮਾਹਰਾਂ ਵੱਲੋਂ ਜਿੱਥੇ ਖਾਦਾਂ ਤੇ ਕੀਟਨਾਸ਼ਕ ਜ਼ਹਿਰਾਂ ਦੀ ਸੰਤੁਲਿਤ ਵਰਤੋਂ ਸੰਬੰਧੀ ਕਿਸਾਨ ਵੀਰਾਂ ਨੂੰ ਜਾਗਰੂਕ ਕੀਤਾ ਜਾ ਰਿਹਾ, ਉੱਥੇ ਸਮੇਂ ਦੀ ਮੁੱਖ ਲੋੜ ਜਿਹੜੀ ਆ ਉਹ ਬਿਨਾਂ ਰੇਹ ਸਪਰੇਅ ਤੋਂ ਜਿਹੜੀ ਆ ਉਹ ਜੈਵਿਕ ਖੇਤੀ ਆ। ਸੋ ਅੱਜ ਇਸ ਮਹੱਤਵਪੂਰਨ ਵਿਸ਼ੇ ਦੇ ਉੱਪਰ ਕਿ ਅਸੀਂ ਸਾਡੀਆਂ ਫਸਲਾਂ ਦੀ ਜੈਵਿਕ ਖੇਤੀ ਕਿਵੇਂ ਕਰਨੀ ਹੈ, ਇਸ ਸੰਬੰਧੀ ਤੁਹਾਨੂੰ ਜਾਣਕਾਰੀ ਦੇਵਾਂਗੇ। ਔਰ ਸਾਨੂੰ ਇਸ ਵਿਸ਼ੇ ਦੇ ਉੱਪਰ ਜਾਣਕਾਰੀ ਦੇਣ ਦੇ ਲਈ ਸਾਡੇ ਕੋਲ ਸਟੂਡੀਓ ਦੇ ਵਿੱਚ ਵਿਸ਼ੇਸ਼ ਤੌਰ ਤੇ ਪਹੁੰਚੇ ਨੇ ਡਾਕਟਰ ਆਰ.ਕੇ. ਰਹੇਜਾ ਜੀ, ਜਿਹੜੇ ਕਿ ਫਸਲ ਵਿਗਿਆਨੀ ਨੇ, ਖੇਤੀਬਾੜੀ ਵਿਭਾਗ ਪੰਜਾਬ ਦੇ ਮੁੱਖ ਦਫ਼ਤਰ ਚੰਡੀਗੜ੍ਹ ਵਿਖੇ। ਔਰ ਕਿਸਾਨ ਵੀਰੋ, ਤੁਸੀਂ ਵੀ ਸਾਡੇ ਨਾਲ ਜੁੜ ਸਕਦੇ ਹੋ ਟੈਲੀਫੋਨ ਜਰੀਏ। ਸਾਡੇ ਫੋਨ ਨੰਬਰ ਨੇ 0181 281 4261, 0181 281 4264। ਸੋ ਡਾਕਟਰ ਰਹੇਜਾ ਜੀ, ਤੁਹਾਡਾ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਬਹੁਤ-ਬਹੁਤ ਸਵਾਗਤ ਹੈ ਜੀ। ਡਾਕਟਰ ਸਾਹਿਬ, ਜਦੋਂ ਆਪਾਂ ਬਿਨਾਂ ਰੇਹ ਸਪਰੇਅ ਤੋਂ ਜੈਵਿਕ ਖੇਤੀ ਦੀ ਗੱਲ ਕਰਦੇ ਹਾਂ, ਔਰ ਕਿਉਂ ਜ਼ਰੂਰੀ ਹੈ ਜੈਵਿਕ ਖੇਤੀ, ਜਾਂ ਤੁਸੀਂ ਜੈਵਿਕ ਖੇਤੀ ਜੇ ਆਪਾਂ ਕਹਿ ਲਈਏ ਕਿ ਇਹਦੀ ਜਿਹੜੀ ਭਾਸ਼ਾ ਦੇ ਵਿੱਚ ਇਹਦੀ ਜਿਹੜੀ ਜਾਣਕਾਰੀ ਆ, ਜਾਂ ਇਹ ਕੀ ਚੀਜ਼ ਹੁੰਦੀ ਹੈ ਜੈਵਿਕ ਖੇਤੀ, ਇਹਦੇ ਬਾਰੇ 'ਚ ਖੋਲ੍ਹ ਕੇ ਸਾਡੇ ਕਿਸਾਨ ਵੀਰਾਂ ਨੂੰ ਦੱਸੋ ਕਿ ਕਿਉਂ ਜ਼ਰੂਰੀ ਆ, ਕੀ ਮਹੱਤਤਾ, ਕਿਸ ਚੀਜ਼ ਨੂੰ ਅਸੀਂ ਜੈਵਿਕ ਖੇਤੀ ਕਹਿੰਦੇ ਹਾਂ। ਡਾਕਟਰ ਸਾਹਿਬ, ਜੈਵਿਕ ਖੇਤੀ ਤੋਂ ਭਾਵ ਹੈ ਕੁਦਰਤੀ ਖੇਤੀ, ਕੁਦਰਤੀ ਤੌਰ ਤਰੀਕਿਆਂ ਨਾਲ ਜਿਹੜੀ ਹੈਗੀ ਹੈ ਖੇਤੀ ਕਰਨੀ। ਔਰ ਉਹਦੇ ਵਿੱਚ ਜਿਹੜੀ ਜਿਸ ਤਰ੍ਹਾਂ ਆਪਾਂ ਮਿੱਟੀ ਦੇ ਵਿੱਚ ਆਪਾਂ ਬਹੁਤ ਸਾਰੇ ਤੱਤ ਜਿਹੜੇ ਨੇ ਆਪਾਂ ਨਸ਼ਟ ਕਰ ਦਿੱਤੇ ਨੇ, ਅੱਗਾਂ ਲਾ ਕੇ ਆਪਣੇ ਜੀਵਾਣੂ ਜਿਹੜੇ ਨੇ ਉਹ ਸਾਰੇ ਖਤਮ ਹੋ ਚੁੱਕੇ ਨੇ ਤੇ ਆਪਾਂ ਜਿਉਂਦੀ ਜਾਗਤੀ ਧਰਤੀ ਨਹੀਂ ਰਹਿ ਗਈ ਹੈਗੀ। ਹੁਣ ਜਿਹੜੀ ਆ ਬੜੀ ਧਰਤੀ ਜਿਹੜੀ ਤੇਜ਼ਾਬੀ ਪਾਣੀ 'ਚ ਆ ਗਈ ਹੈ ਤੇ ਆਪਣੇ ਤੱਤ ਜਿਹੜੇ ਨੇ ਉਹ ਬਿਲਕੁਲ ਘਟੀ ਜਾਂਦੇ ਨੇ। ਇਸ ਕਰਕੇ ਜਿਹੜੀ ਜ਼ਮੀਨ ਨੂੰ ਜਿਹੜੀ ਆ ਆਪਾਂ ਉਹਦੀ ਸਿਹਤ ਨੂੰ ਬਰਕਰਾਰ ਰੱਖਣ ਲਈ ਸਾਡੀ ਬਹੁਤ ਲੋੜ ਹੈ। ਜਿਵੇਂ ਮਾਂ ਦੀ ਸਿਹਤ ਜਿਹੜੀ ਹੈ ਉਹ ਚੰਗੀ ਹੋਵੇ ਤਾਂ ਹੀ ਉਹ ਔਲਾਦ ਨੂੰ ਚੰਗਾ ਜਨਮ ਦੇ ਸਕਦੀ ਹੈ, ਉਸੇ ਤਰ੍ਹਾਂ ਸਾਡੀ ਧਰਤੀ ਮਾਤਾ ਦੇ ਵੀ ਜਿਹੜੀ ਆ ਉਹਦੀ ਸਿਹਤ ਜੇ ਚੰਗੀ ਹੋਊਗੀ ਤੇ ਤਾਂ ਹੀ ਸਾਡੇ ਜਿਹੜੇ ਆ ਫਸਲ ਜਿਹੜੀ ਪੈਦਾਵਾਰ ਚੰਗੀ ਹੋਊਗੀ ਤੇ ਤਾਂ ਹੀ ਆਪਾਂ ਇੰਨੀ ਜਨਸੰਖਿਆ ਨੂੰ ਅਨਾਜ ਜਿਹੜਾ ਆਪਾਂ ਖਿਲਾ ਸਕਾਂਗੇ। ਇਹ ਆਪਾਂ ਕੁਦਰਤੀ ਤੌਰ ਤਰੀਕਿਆਂ ਨਾਲ ਜਿਹੜੀ ਵੀ ਰਵਾਇਤੀ ਖੇਤੀ ਜਿਹੜੀ ਆਪਾਂ ਕਿ ਪਹਿਲੇ ਹੁਣ ਆਪਾਂ ਛੱਡ ਚੁੱਕੇ ਹਾਂ, ਉਹ ਜਿਹੜੀ ਤੁਸੀਂ ਗੱਲ ਕੀਤੀ ਹੈ ਵੀ ਆਪਾਂ ਵੱਧ ਝਾੜ ਲੈਣ ਦੇ ਚੱਕਰਾਂ ਦੇ ਵਿੱਚ ਆਪਣੀ ਸਿਹਤ ਦੀ ਧਰਤੀ ਦੀ ਨੂੰ ਆਪਾਂ ਖਰਾਬ ਕਰ ਚੁੱਕੇ ਹਾਂ, ਉਸ ਨੂੰ ਮੁੜ ਰਿਵਾਈਵ ਕਰਨ ਲਈ, ਮੁੜ ਸੁਰਜੀਤ ਕਰਨ ਲਈ ਜਿਹੜੀ ਹੈ ਇਹ ਆਰਗੈਨਿਕ ਖੇਤੀ ਸਾਡੀ ਜਿਹੜੀ ਆ ਬਹੁਤ ਜ਼ਰੂਰੀ ਹੈ। ਜੀ, ਤੁਹਾਡੇ ਕਹਿਣ ਦਾ ਮਤਲਬ ਕਿ ਜੋ ਸਾਨੂੰ ਵਿਰਾਸਤ ਦੇ ਵਿੱਚ ਜਾਂ ਕੁਦਰਤ ਦੇ ਵਿੱਚ ਜਿਹੜੀ ਚੀਜ਼ ਮਿਲੀ ਆ ਬਿਨਾਂ ਕਿਸੇ ਹੋਰ ਚੀਜ਼ ਨੂੰ ਪਾਉਣ ਤੋਂ, ਜਿਹੜੀ ਅਸੀਂ ਉਸ ਤਰੀਕੇ ਦੇ ਨਾਲ ਖੇਤੀ ਕਰਦੇ ਹਾਂ, ਉਹਨੂੰ ਆਪਾਂ ਜੈਵਿਕ ਖੇਤੀ ਕਹਿੰਦੇ ਹਾਂ। ਬਿਲਕੁਲ, ਇਹ ਹੋ ਗਈ ਡਾਕਟਰ ਸਾਹਿਬ ਇਹਦੀ ਮੋਟੇ ਤੌਰ ਦੇ ਉੱਤੇ ਅਸੀਂ ਪਰਿਭਾਸ਼ਾ ਹੋ ਗਈ ਸਮਝੋ ਇੱਕ ਕਿਸਮ ਦੀ। ਪਰ ਜੈਵਿਕ ਖੇਤੀ ਵਿਗਿਆਨਕ ਤੌਰ ਦੇ ਉੱਤੇ ਕਿਹੜੇ ਅੰਸ਼ ਆ ਜਿਹੜੇ ਇੱਕ ਵਿਗਿਆਨੀ ਦੇ ਤੌਰ ਤੇ ਤੁਸੀਂ ਉਹ ਮੰਨਦੇ ਹੋ ਕਿ ਜੈਵਿਕ ਖੇਤੀ ਦੇ ਆ, ਜਿਨ੍ਹਾਂ ਨੂੰ ਕਿਸਾਨ ਵੀਰਾਂ ਨੂੰ ਧਿਆਨ ਵਿੱਚ ਰੱਖ ਕੇ ਆਪਣੀ ਜੈਵਿਕ ਖੇਤੀ ਨੂੰ ਕਰਨਾ ਚਾਹੀਦਾ? ਡਾਕਟਰ ਸਾਹਿਬ, ਜੈਵਿਕ ਖੇਤੀ ਦੇ ਜਿਸ ਤਰ੍ਹਾਂ ਮੁੱਖ ਅੰਸ਼ ਨੇ, ਆਪਾਂ ਜਿਹੜੀ ਹਰੀ ਖਾਦ ਦੀ ਵਰਤੋਂ ਹੈ ਜੀ, ਜਿਹੜੀ ਆਪਣੀ ਬਾਇਓਡਾਇਨਮਿਕ ਫਾਰਮਿੰਗ ਹੈਗੀ, ਜੈਵਿਕ ਸ਼ਕਤੀ ਵਾਲੀ ਜਿਹੜੀ ਖਾਦਾਂ ਦੀ ਹੈਗੀ ਹੈ, ਜਾਂ ਦੇਸੀ ਢੇਰ ਹੈਗੀ ਹੈ ਜਿਹਨੂੰ ਆਪਾਂ ਫਾਰਮ ਯਾਰਡ ਮਨਿਓਰ ਜਾਂ ਦੇਸੀ ਰੂੜੀ ਦੀ ਕਹਿੰਦੇ ਹਾਂ ਆਪਾਂ ਜੀ। ਈਵਨ ਆਪਣੀ ਜਿਹੜੀ ਫਸਲ ਚੱਕਰ ਜਿਹੜਾ ਬਦਲ ਹੈ ਉਹ ਵੀ ਇਸ ਦੇ ਹੇਠ ਹੀ ਆਉਂਦਾ ਵਾ। ਜਾਂ ਜਿਹੜਾ ਕੋਈ ਬਾਇਓਲੋਜੀਕਲ ਕੰਟਰੋਲ ਹੈਗਾ ਵਾ, ਜਿਹੜਾ ਆਪਾਂ ਰਸਾਇਣਿਕ ਜ਼ਹਿਰਾਂ ਜਾਂ ਖਾਦਾਂ ਤੋਂ ਇਲਾਵਾ ਜਿਹੜੀ ਕੁਦਰਤੀ ਚੀਜ਼ਾਂ ਜਿਹੜੀਆਂ ਸਾਡੇ ਕੋਲ ਅਵੇਲੇਬਲ ਹੈਗੀਆਂ ਉਹਨਾਂ ਦੀ ਵਰਤੋਂ ਕਰਕੇ ਆਪਾਂ ਕੀੜਿਆਂ ਦੀ ਰੋਕਥਾਮ ਕਰੀਏ ਜਾਂ ਆਪਾਂ ਬਿਮਾਰੀਆਂ ਦੀ ਰੋਕਥਾਮ ਕਰੀਏ, ਉਹ ਇਸ ਚੀਜ਼ ਨੂੰ ਸਾਰਿਆਂ ਨੂੰ ਅਪਣਾਉਣ ਤੇ ਜਿਹੜਾ ਹੈ ਇਹ ਮੁੱਖ ਤੌਰ ਤੇ ਆਪਾਂ ਜੈਵਿਕ ਖੇਤੀ ਇਹਨੂੰ ਕਹਿੰਦੇ ਹਾਂ। ਤੁਹਾਡਾ ਮਤਲਬ ਵੀ ਆਪਾਂ ਤੱਤਾਂ ਦੀ ਪੂਰਤੀ ਔਰ ਕੀੜੇ ਮਕੌੜੇ ਔਰ ਬਿਮਾਰੀਆਂ ਦੀ ਜਿਹੜੀ ਰੋਕਥਾਮ ਆ ਉਹ ਕੁਦਰਤੀ ਤਰੀਕੇ ਦੇ ਨਾਲ ਜਿਹਨੂੰ ਕਰਦੇ ਆ, ਇਹਦੇ ਮੁੱਖ ਤੌਰ ਤੇ ਤੁਸੀਂ ਅੰਸ਼ ਲੈਂਦੇ ਆ। ਔਰ ਇਹਦੇ ਵਿੱਚ ਗੱਲ ਕੀਤੀ ਹੈ ਡਾਕਟਰ ਸਾਹਿਬ ਤੁਸੀਂ ਰੂੜੀ ਦੀ ਖਾਦ ਦੀ। ਰੂੜੀ ਦੀ ਖਾਦ ਜਿਹੜੀ ਆ, ਕਿਉਂਕਿ ਜੈਵਿਕ ਖੇਤੀ ਦਾ ਜਦੋਂ ਵੀ ਆਪਾਂ ਨਾਂ ਲੈਂਦੇ ਹਾਂ ਤਾਂ ਰੂੜੀ ਦੀ ਖਾਦ ਆ ਜਿਹੜੀ ਉਹਦੀ ਵਰਤੋਂ ਆ ਜਾਂ ਉਹਦਾ ਨਾਂ ਪਹਿਲੇ ਨੰਬਰ ਦੇ ਉੱਤੇ ਆਉਂਦਾ ਜੈਵਿਕ ਖੇਤੀ ਦੇ ਵਿੱਚ। ਪਰ ਇਹਦੇ ਬਾਰੇ ਦੇ ਵਿੱਚ ਵੀ ਬਹੁਤ ਸਾਰੇ ਕਿਸਾਨ ਵੀਰਾਂ ਨੂੰ ਇਹਦੀ ਸੰਪੂਰਨ ਤੌਰ ਦੇ ਉੱਤੇ ਜਾਣਕਾਰੀ ਹੁੰਦੀ ਕਿ ਰੂੜੀ ਦੀ ਖਾਦ ਦੀ ਮਹੱਤਤਾ ਜਿਹੜੀ ਆ ਉਹ ਕਿੰਨੀ ਕਾ ਸਾਡੀ ਖੇਤੀ ਦੇ ਵਿੱਚ ਸਾਡੀਆਂ ਫਸਲਾਂ ਦੇ ਲਈ। ਇਹਦੇ ਬਾਰੇ 'ਚ ਸਾਡੇ ਕਿਸਾਨ ਵੀਰਾਂ ਨੂੰ ਖੋਲ੍ਹ ਕੇ ਦੱਸੋ ਕਿ ਰੂੜੀ ਦੀ ਖਾਦ ਜਿਹੜੀ ਆ ਉਹਦੇ ਵਿੱਚੋਂ ਕਿਹੜੇ ਤੱਤਾਂ ਦੀ ਪ੍ਰਾਪਤੀ ਹੋ ਸਕਦੀ ਹੈ ਔਰ ਕੀ ਮਹੱਤਤਾ ਸਾਡੀਆਂ ਫਸਲਾਂ ਨੂੰ ਪੈਦਾ ਕਰਨ ਦੇ ਵਿੱਚ। ਡਾਕਟਰ ਸਾਹਿਬ, ਬੜੇ ਪੁਰਾਣੇ ਸਮੇਂ ਤੋਂ ਜਦੋਂ ਤੋਂ ਆਪਾਂ ਖੇਤੀ ਕਰਦੇ ਆਏ ਹਾਂ ਰੂੜੀ ਦੀ ਵਰਤੋਂ ਕਰਦੇ ਆ ਰਹੇ ਹਾਂ ਜੀ, ਪਰੰਤੂ ਹੁਣ ਰੂੜੀ ਦੀ ਅਵੇਲੇਬਿਲਿਟੀ ਬਹੁਤ ਘਟ ਗਈ ਹੈ, ਰੂੜੀ ਹੀ ਬਹੁਤ ਘਟ ਗਈ ਹੈ। ਬਹੁਤਾ ਜਿਹੜਾ ਰੂੜੀ ਦਾ ਪੋਰਸ਼ਨ ਹੈ
ਉਹ ਆਪਾਂ ਜਿਹੜਾ ਬਾਲਣ ਦੇ ਤੌਰ ਤੇ ਹੀ ਕੰਮ ਲੈ ਲੈਂਦੇ ਆ ਜੀ ਤੇ ਉਹਨੂੰ ਖੇਤਾਂ ਦੇ ਵਿੱਚ ਆਪਾਂ ਉਹਦੀ ਮਨਿਓਰ ਨਹੀਂ ਬਣਾਉਂਦੇ। ਜੇਕਰ ਰੂੜੀ ਆਪਾਂ ਵਰਤੋਂ ਵੀ ਕਰਦੇ ਆ ਉਹ ਵੀ ਅਨਸਾਇੰਟੀਫਿਕ ਵੇ ਨਾਲ ਜਿਹੜਾ ਆਪਾਂ ਵਿਗਿਆਨਕ ਤੌਰ ਤੇ ਜਿਹੜਾ ਤੌਰ ਤਰੀਕਾ ਉਸ ਤਰ੍ਹਾਂ ਨਹੀਂ ਵਰਤੋਂ ਕਰਦੇ। ਉਹ ਆਪਾਂ ਦੇਸੀ ਢੇਰ ਨੂੰ ਸਿੱਧਾ ਖੇਤਾਂ ਦੇ ਵਿੱਚ ਖਿਲਾਰ ਦਿੰਨੇ ਆ, ਉਹ ਖੁੱਲਾ ਪਿਆ ਰਹਿੰਦਾ ਵਾ ਧੁੱਪ ਦੇ ਵਿੱਚ ਮੀਂਹ ਦੇ ਵਿੱਚ। ਉਹਦੇ ਨਾਲ ਕੀ ਹੁੰਦਾ ਵਾ ਨਾਈਟ੍ਰੋਜਨ ਤੱਤ ਆ ਜਿਵੇਂ ਉਹ ਜਿਹੜਾ ਵਾ ਹਵਾ 'ਚ ਉੱਡ ਜਾਂਦਾ ਵਾ ਜਾਂ ਉਹ ਲੀਚ ਡਾਊਨ ਕਰ ਜਾਂਦਾ ਜਾਂ ਰੁੜ ਜਾਂਦਾ ਵਾ। ਉਹ ਜਿਹੜੀ ਅਸਲੀ ਤੱਤ ਨੇ ਉਹ ਤਾਂ ਸਾਡੇ ਰੁੜ ਜਾਂਦੇ ਨੇ, ਸਿਰਫ ਮਿੱਟੀ ਦੀ ਬਣਤਰ ਤੇ ਹੀ ਉਹ ਕੁਝ ਪ੍ਰਭਾਵ ਹੁੰਦਾ ਰਹਿ ਜਾਂਦਾ ਵਾ। ਅਸਲ ਦੇ ਵਿੱਚ ਇਹਨੂੰ ਵਿਗਿਆਨਿਕ ਤਰੀਕੇ ਨਾਲ ਹੀ ਜਿਹੜੀ ਮਨਿਓਰ ਜਿਹੜੀ ਬਣਾਉਣੀ ਜ਼ਰੂਰੀ ਹੁੰਦੀ ਹੈ। ਦੇਸੀ ਢੇਰ ਨੂੰ ਜਿਹੜੀ ਆਪਣਾ ਟੋਏ ਪੁੱਟ ਕੇ, ਟੋਏ ਦੀ ਬਹੁਤ ਜ਼ਿਆਦਾ ਮਹੱਤਤਾ ਵਾ। ਟੋਏ ਦੇ ਵਿੱਚ ਹੀ ਜਿਹੜੀ ਹੈ ਦੇਸੀ ਢੇਰ ਨੂੰ ਪਾਇਆ ਜਾਵੇ ਤੇ ਉਹਦੀ ਜਿਹੜੀ ਆ ਅਸਲ ਖਾਦ ਬਣਾਈ ਜਾਵੇ। ਆਮ ਤੌਰ ਤੇ ਆਪਾਂ ਦੇਖਿਆ ਵੀ ਜਿਹੜਾ ਜਾਨਵਰਾਂ ਦਾ ਗੋਹਾ ਜਾਂ ਪਿਸ਼ਾਬ ਹੈ ਉਹ ਆਪਾਂ ਬਹੁਤ ਵੇਸਟ ਹੋ ਜਾਂਦਾ ਵਾ। ਤੁਸੀਂ ਉਹਨਾਂ ਦੇ ਥੱਲੇ ਜਾਨਵਰਾਂ ਦੇ ਥੱਲੇ ਆਪਾਂ ਬੈੱਡ ਵੀ ਨਹੀਂ ਰੱਖਦੇ ਹੈਗੇ, ਪਰਾਲੀ ਦੇ ਬੈੱਡ ਜਿਹੜਾ ਕਿ ਆਪਣਾ ਗੋਹਾ ਤੇ ਪਿਸ਼ਾਬ ਨੂੰ ਸੋਖ ਸਕਣ, ਕਿਉਂਕਿ ਪਿਸ਼ਾਬ ਵੀ ਉਨਾ ਹੀ ਉਹਨਾਂ ਦਾ ਜ਼ਰੂਰੀ ਹੈ ਜਾਨਵਰਾਂ ਦਾ ਜਿੰਨਾ ਕਿ ਗੋਹੇ ਦਾ। ਦੋਨਾਂ ਦੇ ਵਿੱਚ ਨਾਈਟ੍ਰੋਜਨ, ਫਾਸਫੋਰਸ ਤੇ ਪੋਟਾਸ਼ ਇਹ ਤਿੰਨੇ ਤੱਤ ਹੁੰਦੇ ਨੇ। ਆਪਾਂ ਜੇਕਰ ਕੋਈ ਉਹਨਾਂ ਦਾ ਬੈੱਡ ਵਧੀਆ ਵਿਛਾ ਕੇ ਉਹਦੇ ਵਿੱਚ ਜਿਹੜਾ ਕਿ 3-4 ਗੁਣਾ ਉਹ ਜਜ਼ਬ ਕਰ ਸਕੇ ਆਪਣੇ ਭਾਰ ਨਾਲੋਂ, ਉਸ ਚੀਜ਼ ਦੇ ਵਿੱਚ ਗੋਹਾ ਪਿਸ਼ਾਬ ਹੁੰਦਾ ਜਿਹੜਾ ਇਕੱਠਾ ਹੋ ਜਾਵੇ, ਫਿਰ ਉਹਨੂੰ ਟੋਆ ਪੁੱਟ ਕੇ ਟੋਏ ਦੇ ਵਿੱਚ ਆਪਾਂ ਉਹਨੂੰ ਦੱਬ ਦਈਏ ਤੇ ਟੋਏ ਦੇ ਉੱਪਰ ਆਪਾਂ ਲੇਪ ਕਰ ਦਈਏ, ਜਿਹਦੇ ਨਾਲ ਆਪਣੀ ਜਿਹੜੀ ਆ ਐਨਰੋਬਿਕ ਜਿੱਥੇ ਮਤਲਬ ਕਿ ਹਵਾ ਨਾ ਲੱਗ ਸਕੇ ਤੇ ਉਹ ਜਿਹੜਾ ਉਸ ਤਾਪਮਾਨ ਜਿਹੜਾ ਵੱਡੇ ਤਾਪਮਾਨ ਦੇ ਵਿੱਚ ਉਹ ਜਿਹੜੀ ਰੂੜੀ ਜਿਹੜੀ ਆ ਉਹ ਡੀਕੰਪੋਸਟ ਹੋ ਜਾਵੇ। ਉਹ ਜੀਵਾਣੂ ਜਿਹੜੇ ਨੇ ਉਹਨੂੰ ਬਦਲ ਕੇ ਉਹ ਹਿਊਮਸ ਦੇ ਵਿੱਚ ਚੇਂਜ ਕਰ ਦੇਣ, ਜਿਹੜਾ ਕਿ ਆਰਗੈਨਿਕ ਮੈਟਰ ਸਾਨੂੰ ਜਿਹੜਾ ਵਾ ਖੇਤਾਂ ਦੇ ਵਿੱਚ ਚਾਹੀਦਾ ਵਾ, ਜਿਹੜਾ ਤੁਰੰਤ ਅਵੇਲੇਬਲ ਹੋ ਜਾਂਦਾ। ਅਦਰਵਾਈਜ਼ ਆਪਾਂ ਬੂਟਿਆਂ ਨੂੰ ਜੇ ਆਪਾਂ ਦੇਸੀ ਢੇਰ ਸਿੱਧਾ ਸੁੱਟ ਦਿੰਨੇ ਆ ਤੇ ਤੱਤ ਜਿਹੜੇ ਆ ਸਿੱਧੇ ਅਵੇਲੇਬਲ ਨਹੀਂ ਹੁੰਦੇ। ਉਹਦੇ ਨਾਲ ਜਦ ਤੱਕ ਦੇਸੀ ਰੂੜੀ ਆਪਣੀ ਜਿਹੜੀ ਸੜੀ ਗਲੀ ਸੜੀ ਜਿਹਨੂੰ ਆਪਾਂ ਦੂਜੀ ਪੰਜਾਬੀ ਦੇ ਵਿੱਚ ਕਹਿ ਲੈਂਦੇ ਆ, ਉਹਨੂੰ ਆਪਾਂ ਡੀਕੰਪੋਜ਼ ਹੁੰਦੀ ਆ, ਉਹਦੇ ਚੋਂ ਰੈਡਲੀ ਅਵੇਲੇਬਲ ਨੇ, ਇੱਕਦਮ ਤੁਰੰਤ ਜਿਹੜੇ ਆ ਉਹਨੂੰ ਬੂਟੇ ਨੂੰ ਜਿਹੜੇ ਆ ਤੱਤ ਲੱਭ ਜਾਂਦੇ ਆ। ਇਹ ਤਾਂ ਹੋ ਗਈ ਡਾਕਟਰ ਸਾਹਿਬ ਜਿਹੜੀ ਤੁਸੀਂ ਵਿਗਿਆਨਕ ਤੌਰ ਤੇ ਦੱਸਤਾ ਕਿ ਆਪਾਂ ਰੂੜੀ ਦੀ ਖਾਦ ਨੂੰ ਤਿਆਰ ਕਿਵੇਂ ਕਰਨਾ ਹੈ। ਕਿਸਾਨ ਵੀਰ ਮੇਰੇ ਖਿਆਲ ਆ ਵੀ ਇਸ ਗੱਲ ਨੂੰ ਧਿਆਨ 'ਚ ਰੱਖਣਗੇ, ਇਹ ਨਹੀਂ ਬਈ ਸਿੱਧਾ ਹੀ ਜਿਹੜਾ ਹੈਗਾ ਉਹ ਢੇਰ ਦੇ ਵਿੱਚੋਂ ਜਿਹੜੀ ਰੂੜੀ ਆ ਉਹਨੂੰ ਆਪਾਂ ਉੱਪਰਲੇ ਢੇਰ ਦੇ ਵਿੱਚੋਂ ਜਿਹੜੀ ਉਹ ਖੇਤ ਦੇ ਵਿੱਚ ਪਾਉਣੀ ਚਾਹੀਦੀ ਹੈ। ਅਗਲੀ ਗੱਲ ਆ ਜਾਂਦੀ ਡਾਕਟਰ ਸਾਹਿਬ ਇਹਦੀ ਮਾਤਰਾ ਦੇ ਬਾਰੇ 'ਚ ਤੇ ਇਹਦੇ 'ਚੋਂ ਮਿਲਣ ਵਾਲੇ ਤੱਤਾਂ ਦੇ ਬਾਰੇ 'ਚ ਕਿ ਕਿਸਾਨ ਵੀਰਾਂ ਨੂੰ ਰੂੜੀ ਦੀ ਖਾਦ ਦੀ ਜਿਹੜੀ ਆ ਵੱਖ-ਵੱਖ ਫਸਲਾਂ ਦੇ ਲਈ ਜਾਂ ਮੋਟੇ ਤੌਰ ਦੇ ਉੱਤੇ ਖੇਤ ਦੇ ਵਿੱਚ ਵਰਤੋਂ ਕਿੰਨੀ ਮਾਤਰਾ ਦੇ ਵਿੱਚ ਕਰਨੀ ਚਾਹੀਦੀ ਆ, ਔਰ ਉਹਦੇ ਵਿੱਚੋਂ ਜਿਹੜੇ ਤੱਤ ਆ ਜਿਵੇਂ ਕੋਈ ਯੂਰੀਏ ਦੇ ਵਿੱਚੋਂ ਜਾਂ DAP ਦੇ ਵਿੱਚੋਂ ਮਿਲਦੇ ਆ, ਉਹਦੇ ਹਿਸਾਬ ਦੇ ਨਾਲ ਇਹਨਾਂ ਦੇ ਵਿੱਚੋਂ ਤੱਤਾਂ ਦੀ ਜਿਹੜੀ ਉਪਲਬਧਤਾ ਉਹ ਕਿੰਨੀ ਕੁ ਕੀਤੀ ਜਾ ਸਕਦੀ ਹੈ? ਡਾਕਟਰ ਸਾਹਿਬ ਜਿਹੜੀ ਆਪਣੀ ਰੂੜੀ ਦੇ ਵਿੱਚ ਆਪਣੀ ਜਿਹੜੀ ਹੈ 0.5 ਤੋਂ ਲੈ ਕੇ 1.5% ਜਿਹੜੀ ਨਾਈਟ੍ਰੋਜਨ ਹੁੰਦੀ ਹੈ, 1.2 ਤੋਂ 2% ਜਿਹੜੀ ਫਾਸਫੋਰਸ ਹੁੰਦੀ ਹੈ, ਇਸੇ ਤਰ੍ਹਾਂ ਹੀ 1.2 ਤੋਂ 2.5% ਜਿਹੜੀ ਆਪਣੇ ਕੋਲ ਪੋਟਾਸ਼ ਹੁੰਦੀ ਹੈ। ਇਹ ਤਿੰਨਾਂ ਦੀ ਜਿਹੜੀ ਆਪਣਾ ਸੁਮੇਲ ਹੈਗਾ ਇਹ ਸਾਨੂੰ ਬਹੁਤ ਜ਼ਰੂਰੀ ਹੈ। ਇਸ ਤੋਂ ਇਲਾਵਾ ਰੂੜੀ ਦੇ ਵਿੱਚ ਛੋਟੇ ਤੱਤਾਂ ਦੀ ਅਵੇਲੇਬਿਲਿਟੀ ਵੀ ਹੁੰਦੀ ਹੈ। ਜੇਕਰ ਆਪਾਂ ਰੂੜੀ ਦੀ ਗੱਲ ਕਰੀਏ, ਜੇ ਹੁਣ ਜਿਸ ਤਰ੍ਹਾਂ ਫਸਲ ਆਪਣੇ ਡਾਇਵਰਸੀਫਿਕੇਸ਼ਨ ਦੇ ਵਿੱਚ ਆਪਾਂ ਮੱਕੀ ਦੀ ਜਿਹੜੀ ਕਾਸ਼ਤ ਨੂੰ ਆਪਾਂ ਹੁੰਗਾਰਾ ਦੇਣ ਦੇ ਆ, ਮੱਕੀ ਦੀ ਫਸਲ ਲਈ ਸਾਨੂੰ 6 ਟਨ ਜਿਹੜੀ ਆ ਗਲੀ ਸੜੀ ਰੂੜੀ ਦੀ ਬਹੁਤ ਲੋੜ ਹੈਗੀ ਆ। ਉਹਦੇ ਨਾਲ ਸਾਡੇ ਜਿਹੜਾ ਵਾ 35 ਕਿਲੋ ਯੂਰੀਆ ਜਿਹੜਾ ਵਾ ਉਹਦੀ ਬਚਤ ਹੋ ਜਾਂਦੀ ਵਾ ਤੇ ਅਗਲੀ ਹਾੜੀ ਦੀ ਫਸਲ ਦੇ ਵਿੱਚ ਵੀ ਬਚਤ ਹੋ ਜਾਂਦੀ ਹੈ। ਜੇਕਰ ਆਪਾਂ ਕਮਾਦ ਦੀ ਗੱਲ ਕਰੀਏ ਤੇ 8 ਤੋਂ 10 ਟਨ ਜਿਹੜੀ ਸਾਨੂੰ ਉਹ ਜਿਹੜੀ ਰੂੜੀ ਦੀ ਲੋੜ ਹੁੰਦੀ ਹੈ ਤੇ ਝੋਨੇ ਦੇ ਗੱਲ ਕਰੀਏ ਤੇ ਉਹ ਵੀ ਸਾਨੂੰ 6 ਤੋਂ 8 ਟਨ ਜਿਹੜੀ ਹੈ ਰੂੜੀ ਦੀ ਲੋੜ ਹੁੰਦੀ ਹੈ। ਇਹ ਮੇਰਾ ਖਿਆਲ ਆ ਵੀ ਕਿਸਾਨ ਵੀਰ 6 ਤੋਂ 8 ਟਨ ਦੀ ਜਿਹੜੀ ਤੁਸੀਂ ਗੱਲ ਕੀਤੀ ਹੈ ਮੋਟੇ ਤੌਰ ਦੇ ਉੱਪਰ, ਇਸ ਨੂੰ ਬੜਾ ਧਿਆਨ ਰੱਖਣਗੇ। ਡਾਕਟਰ ਸਾਹਿਬ ਸਾਡੇ ਨਾਲ ਇੱਕ ਕਿਸਾਨ ਵੀਰ ਜੁੜੇ ਆਪਣਾ ਸਵਾਲ ਲੈ ਕੇ, ਆਪਾਂ ਪਹਿਲਾਂ ਉਹਨਾਂ ਨਾਲ ਸਾਂਝ ਪਾ ਲਈਏ, ਉਸ ਤੋਂ ਬਾਅਦ ਆਪਾਂ ਸਾਡੇ ਅਗਲੇ ਜਿਹੜੇ ਸਵਾਲ ਵੱਲ ਉਹਦੇ ਵੱਲ ਵਧਾਂਗੇ। ਹੈਲੋ, ਸਵਾਗਤ ਆ ਜੀ ਸਾਡੇ ਪ੍ਰੋਗਰਾਮ ਦੇ ਵਿੱਚ। ਹੈਲੋ, ਮੇਰਾ ਖਿਆਲ ਆ ਸਾਡਾ ਸੰਪਰਕ ਜਿਹੜਾ ਉਹਨਾਂ ਦੇ ਨਾਲ ਨਹੀਂ ਹੋ ਰਿਹਾ। ਜਦੋਂ ਸੰਪਰਕ ਹੋਇਆ ਤਾਂ ਆਪਾਂ ਕਿਸਾਨ ਵੀਰ ਨਾਲ ਆਪਣੀ ਗੱਲ ਜ਼ਰੂਰ ਸਾਂਝੀ ਕਰਾਂਗੇ। ਡਾਕਟਰ ਸਾਹਿਬ, ਰੂੜੀ ਦੀ ਖਾਦ ਦੇ ਨਾਲ ਤੁਸੀਂ ਇੱਕ ਜੈਵਿਕ ਜਿਹੜੀ ਸਾਡੀ ਖੇਤੀ ਹੈ ਉਹਦਾ ਬੜਾ ਮਹੱਤਵਪੂਰਨ ਅੰਸ਼ ਜਿਹੜਾ ਉਹ ਪਹਿਲਾਂ ਕਿਹਾ ਸੀ, ਜੈਵਿਕ ਸ਼ਕਤੀ। ਜੈਵਿਕ ਸ਼ਕਤੀ ਡਾਕਟਰ ਸਾਹਿਬ ਇਹ ਕੀ ਚੀਜ਼ ਆ, ਔਰ ਕਿਸਾਨ ਵੀਰ ਇਹਦੀ ਵਰਤੋਂ ਜਿਹੜੀ ਆ ਉਹ ਜੈਵਿਕ ਖੇਤੀ ਦੇ ਵਿੱਚ ਕਿਸ ਤਰ੍ਹਾਂ ਕਰ ਸਕਦੇ ਆ? ਡਾਕਟਰ ਸਾਹਿਬ, ਇਹ ਸਭ ਤੋਂ ਪੁਰਾਣੀ ਆਰਗੈਨਿਕ ਖੇਤੀ ਦਾ ਮੁੱਖ ਅੰਗ ਜਿਹੜਾ ਸੀ ਬਾਇਓਡਾਇਨਾਮਿਕ ਫਾਰਮਿੰਗ ਸੀ, ਜਿਹਨੂੰ ਜੈਵਿਕ ਸ਼ਕਤੀ ਖੇਤੀ ਕਹਿੰਦੇ ਆ ਆਪਾਂ। ਇਹਦੇ ਵਿੱਚ ਹੈਗਾ ਸੀ ਸਾਡੇ ਜਿਹੜੀ ਕੁਦਰਤੀ ਚੀਜ਼ ਸੌਰ ਮੰਡਲ ਹੈਗਾ ਵਾ, ਉਹ ਸੌਰ ਮੰਡਲ ਦੇ ਵਿੱਚ ਮਦਰ ਅਰਥ ਜਿਹੜੀ ਆਪਣੀ ਧਰਤੀ ਮਾਂ ਵਾ, ਜਿਹਦੇ ਮਦਰ ਕਾਓ ਜਿਹੜੀ ਆਪਣੀ ਦੇਸੀ ਗਾਂ ਵਾ, ਸਿਰਫ ਦੇਸੀ ਗਾਂ, ਇਹਨਾਂ ਤਿੰਨਾਂ ਦਾ ਸੁਮੇਲ ਜਿਹੜਾ ਵਾ ਉਹ ਸਾਡੀ ਧਰਤੀ ਦੇ ਵਿੱਚ ਜਿਹੜਾ ਆਪਾਂ ਜੇ ਬੂਟੇ ਪੈਦਾਵਾਰ ਪੈਦਾ ਕਰਨੀ ਆ ਤਾਂ ਗੁਣਸ਼ਾਲੀ ਤੇ ਗੁਣਵੱਤਾ ਵਾਲੀ ਹੋਊਗੀ ਤੇ ਕੁਆਲਿਟੀ ਵਾਲੀ ਹੋਊਗੀ। ਇਸ ਕਰਕੇ ਸਾਨੂੰ ਇਹਨਾਂ ਤਿੰਨਾਂ ਦਾ ਸੁਮੇਲ ਆ ਜਿਹੜਾ ਛੱਡਣਾ ਨਹੀਂ ਚਾਹੀਦਾ ਹੈਗਾ।
ਆਪਾਂ ਰਸਾਇਣੀ ਤਰੀਕੇ ਨਾਲ ਜਿਹੜੀਆਂ ਜ਼ਹਿਰਾਂ ਜਾਂ ਖਾਦਾਂ ਜਿਹੜੀਆਂ ਆਪਾਂ ਵਰਤਨ ਕਰਨ ਲੱਗ ਪਏ ਆ, ਪਰ ਇਹ ਜਿਹੜੇ ਰੋਜ਼ ਤੌਰ ਤਰੀਕੇ ਨੇ ਜਿਹੜੇ ਜੈਵਿਕ ਸ਼ਕਤੀ ਵਾਲੇ ਉਹ ਵੀ ਸਾਨੂੰ ਅਪਣਾ ਲੈਣੇ ਚਾਹੀਦੇ ਆ। ਜੀ ਜਿਸ ਤਰ੍ਹਾਂ ਕਿ ਤੁਹਾਨੂੰ ਡਾਕਟਰ ਸਾਹਿਬ ਯਾਦ ਹੋਣਾ ਵੀ ਆਪਾਂ ਪੁਰਾਣੀ ਰਵਾਇਤੀ ਦੇ ਵਿੱਚ ਲੋਕ ਚੜ੍ਹਦੇ ਚੰਨ ਵੇਲੇ ਚਾਨਣੀ ਰਾਤਾਂ ਦੇ ਵਿੱਚ ਬਿਜਾਈ ਕਰਦੇ ਹੁੰਦੇ ਸੀ। ਬਿਲਕੁਲ ਬਿਲਕੁਲ। ਉਹਦੇ ਪਿੱਛੇ ਇੱਕ ਸਾਇੰਟੀਫਿਕ ਢੰਗ ਸੀ ਜਿਹਨੂੰ ਕਿ ਹੁਣ ਸਾਇੰਟੀਫਿਕ ਬਿਲਕੁਲ ਉਹਨੂੰ ਅਪਣਾ ਲਿਆ ਗਿਆ ਵਾ। ਜਿਹੜੀ ਚਾਨਣੀ ਰਾਤਾਂ ਦੇ ਵਿੱਚ ਹਨੇਰੇ ਦੇ ਵਿੱਚ ਜਿਹੜੀ ਬਿਜਾਈ ਕਰ ਦਿੰਦੇ ਸੀ, ਉਹਦੇ ਵਿੱਚ ਇਸ ਤਰ੍ਹਾਂ ਸੀ ਵੀ ਸਾਡੀ ਧਰਤੀ ਜਿਹੜੀ ਆ ਉਹ ਜਦੋਂ ਚੰਨ ਚੜ੍ਹਦਾ ਵਾ ਤੇ ਧਰਤੀ ਸਾਹ ਬਾਹਰ ਛੱਡਦੀ ਆ। ਚੰਨ ਚੜ੍ਹਨ ਵੇਲੇ ਧਰਤੀ ਬਾਹਰ ਸਾਹ ਛੱਡਦੀ ਆ ਜਦੋਂ ਚੰਨ ਉਤਰਦਾ ਵਾ ਤੇ ਧਰਤੀ ਸਾਹ ਅੰਦਰ ਲੈਂਦੀ ਆ। ਜੀ ਉਹਦੇ ਕਾਸਮਿਕ ਫੋਰਸਿਸ ਜਿਹੜੀਆਂ ਸੌਰ ਮੰਡਲ ਦੀਆਂ ਜਿਹੜੀ ਤਾਕਤਾਂ ਨੇ ਉਹ ਧਰਤੀ ਤੋਂ ਸਾਰੀਆਂ ਉੱਪਰ ਵੱਲ ਜ਼ੋਰ ਲੱਗ ਜਾਂਦਾ ਵਾ ਜਦੋਂ ਕਿ ਚੰਨ ਚੜ੍ਹਦਾ ਵਾ। ਜਦੋਂ ਚੰਨ ਚੜ੍ਹਦਾ, ਜਿਸ ਤਰ੍ਹਾਂ ਆਪਾਂ ਹੁਣ ਜੇ ਕੋਈ ਆਪਰੇਸ਼ਨ ਹੈਗੇ ਨੇ, ਜਿਵੇਂ ਆਪਾਂ ਬਿਜਾਈ ਕਰਨੀ ਆ, ਜਦੋਂ ਬੀਜ ਨੇ ਉਗਣਾ ਵਾ ਤੇ ਉਹ ਸ਼ਕਤੀਆਂ ਜਿਹੜੀਆਂ ਧਰਤੀ ਦੀ ਸ਼ਕਤੀਆਂ ਨੇ ਉਹ ਬਿਜਾਈ ਜਾਂ ਬਹੁਤ ਜਲਦੀ ਹੀ ਜੰਮ ਵਧੀਆ ਹੋਊਗਾ ਤੇ ਛੇਤੀ ਜੰਮ ਹੋਊਗਾ। ਜੀ ਜਿਹੜੇ ਉੱਪਰਲੇ ਕੰਮ ਨੇ, ਭਾਵੇਂ ਕਿ ਆਪਾਂ ਟ੍ਰੇਨਿੰਗ ਕਰਨੀ ਆ, ਕਾਂਟ ਛਾਂਟ ਕਰਨੀ ਆ, ਪ੍ਰੂਨਿੰਗ ਕਰਨੀ ਹੈਗੀ ਆ, ਜਾਂ ਆਪਾਂ ਕਿਸੇ ਤਰ੍ਹਾਂ ਦੀ ਕੋਈ ਸਪਰੇਅ ਵੀ ਕਰਨੀ ਹੈਗੀ ਆ, ਉਹ ਵੀ ਸਾਨੂੰ ਜਿਹੜੀ ਹੈ ਚਾਨਣੀ ਰਾਤਾਂ ਵਾਲੇ ਜਿਹੜਾ ਪੀਰੀਅਡ ਹੈਗਾ 15 ਦਿਨ ਦਾ, ਉਸ ਦੇ ਵਿੱਚ ਕਰਨਾ ਚਾਹੀਦਾ ਵਾ। ਜੀ ਤੇ ਇਸੇ ਤਰ੍ਹਾਂ ਹੀ ਜਦੋਂ ਧਰਤੀ ਸਾਹ ਲੈਂਦੀ ਹੈ, ਮਤਲਬ ਕਿ ਜਦੋਂ ਹਨੇਰੀ ਰਾਤਾਂ ਹੁੰਦੀਆਂ ਨੇ ਤੇ ਧਰਤੀ ਸਾਹ ਲੈਂਦੀ ਹੈ ਤੇ ਧਰਤੀ ਦੇ ਅੰਦਰ ਦੇ ਵਿੱਚ ਤਾਕਤਾਂ ਜਿਹੜੀਆਂ ਉਹ ਬਹੁਤ ਵੱਧ ਜਾਂਦੀਆਂ ਨੇ। ਉਹਦੇ ਨਾਲ ਕੀ ਹੁੰਦਾ, ਜਿਸ ਤਰ੍ਹਾਂ ਆਪਣੀਆਂ ਹੁਣ ਜਿਹੜੀ ਜੜ੍ਹਾਂ ਵਾਲੀ ਫਸਲਾਂ ਨੇ, ਆਲੂ ਹੋ ਗਏ, ਪਿਆਜ਼ ਹੋ ਗਏ, ਹੋਰ ਜੜ੍ਹਾਂ ਦੇ ਵਿੱਚ ਆਪਾਂ ਜੇ ਕੋਈ ਆਪਾਂ ਗੋਡੀ ਵੀ ਕਰਨੀ ਹੈਗੀ ਹੈ ਜਾਂ ਕਟਾਈ ਵੀ ਕਰਨੀ ਹੈਗੀ ਜਿਹੜੀ ਜੜ੍ਹ ਵਾਲੀ ਫਸਲਾਂ ਦੀ, ਤੇ ਉਹ ਜਿੰਨੇ ਜ਼ਮੀਨ ਦੇ ਅੰਦਰਲੇ ਆਪਰੇਸ਼ਨ ਨੇ ਉਹ ਸਾਨੂੰ ਜਿਹੜੇ ਆ ਉਤਰਦੇ ਜਿਹੜੇ ਚੰਨ ਵਿੱਚ ਜਿਹੜੇ ਆ ਉਹ ਸਾਨੂੰ ਕਰਨੇ ਚਾਹੀਦੇ ਨੇ। ਉਹਦੇ ਨਾਲ ਸਾਨੂੰ ਇਹ ਹੈ ਵੀ ਕੁਦਰਤੀ ਜਿਹੜੀ ਤਰੀਕੇ ਨੇ ਸਾਨੂੰ ਉਹ ਜਿਹੜੀ ਸ਼ਕਤੀਆਂ ਨੇ ਉਹ ਸਾਰੀਆਂ ਉਹਦੇ ਭਰਪੂਰ ਮਿਲ ਜਾਂਦੀਆਂ। ਤੁਹਾਡੇ ਕਹਿਣ ਦਾ ਮਤਲਬ ਡਾਕਟਰ ਸਾਹਿਬ ਕਿ ਸਾਡੀ ਜਿਹੜੀ ਕੁਦਰਤ ਦੇ ਵਿੱਚ ਜਿਹੜੀਆਂ ਸਾਡੀਆਂ ਸ਼ਕਤੀਆਂ ਜਿਹੜੀਆਂ ਕੁਦਰਤ ਦੇ ਤੌਰ ਦੇ ਉੱਤੇ ਸਾਹ ਲੈਣ ਵਾਲੀਆਂ ਧਰਤੀ ਦੇ ਜਾਂ ਸਾਹ ਛੱਡਣ ਵੇਲੇ, ਉਹਦੇ ਨਾਲ ਸਾਡੇ ਵਿਗਿਆਨਕ ਤੌਰ ਦੇ ਉੱਤੇ ਜਿਹੜੀਆਂ ਵੀ ਅਸੀਂ ਫਸਲ ਨੂੰ ਉਗਾਉਣ ਤੋਂ ਲੈ ਕੇ ਉਹਨੂੰ ਕੱਟਣ ਤੱਕ ਦੀਆਂ ਜਿੰਨੀਆਂ ਵੀ ਕਾਰਵਾਈਆਂ ਕਰਦੇ ਆ ਉਹਨਾਂ ਨੂੰ ਧਿਆਨ ਵਿੱਚ ਰੱਖ ਕੇ ਕਰਨਾ ਚਾਹੀਦਾ ਤਾਂ ਜੋ ਆਪਾਂ ਯੋਗ ਵਰਤੋਂ ਜਿਹੜੀ ਸਾਡੀਆਂ ਕੁਦਰਤੀ ਸ਼ਕਤੀਆਂ ਉਹਦੀ ਕਰ ਸਕੀਏ। ਡਾਕਟਰ ਸਾਹਿਬ ਸਾਡੇ ਨਾਲ ਇੱਕ ਕਿਸਾਨ ਵੀਰ ਸਾਡੇ ਨਾਲ ਟੈਲੀਫੋਨ ਦੇ ਉੱਪਰ ਜੁੜੇ, ਆਪਾਂ ਉਹਨਾਂ ਦੇ ਨਾਲ ਸਾਂਝ ਪਾ ਲਈਏ। ਹੈਲੋ ਹੈਲੋ, ਹਾਂਜੀ ਸਵਾਗਤ ਹੈ ਜੀ ਸਾਡੇ ਪ੍ਰੋਗਰਾਮ 'ਚ। ਸਰ ਅੱਜ ਆਪਣਾ ਮੇਰਾ ਪਿੰਡ ਮੇਰੇ ਖੇਤ ਚੱਲ ਰਿਹਾ ਜੀ ਸਰ। ਇਸ ਦੇ ਵਿੱਚ ਦੂਜਾ ਰੂੜੀ ਦੀ ਕੋਈ ਥੋੜੀ ਜਾਣਕਾਰੀ ਲੈਣੀ ਹੈ। ਹਾਂਜੀ ਜਸਵੀਰ ਸਿੰਘ ਜੀ ਦੱਸੋ। ਹਾਂਜੀ ਸਰ ਜੀ, ਇਹਦੇ ਵਿੱਚ ਟੋਆ ਕਿੰਨਾ ਡੂੰਘਾ ਚਾਹੀਦਾ ਪੁੱਟਣਾ ਜਿਹੜਾ ਤੁਸੀਂ ਰੂੜੀ ਦਾ ਦੱਸਣ ਡਏ ਜੀ? ਜੀ ਡਾਕਟਰ ਸਾਹਿਬ ਰੂੜੀ ਦੀ ਖਾਦ ਕਿੰਨਾ ਚਿਰ ਰੱਖਣਾ ਵਾ ਟੋਏ ਨੂੰ ਬੰਦ ਕਰਕੇ? ਜੀ ਜੇ ਕੋਈ ਰੂੜੀ ਦੀ ਖਾਦ ਸੰਬੰਧੀ ਕੋਈ ਹੋਰ ਵੀ ਸਵਾਲ ਆ ਤਾਂ ਨਾਲ ਜੋੜ ਦਿਓ, ਹੁਣ ਇਕੱਠਾ ਹੀ ਸਵਾਲ ਜਵਾਬ ਦੇ ਦਿਆਂਗੇ ਤੁਹਾਡਾ। ਬਸ ਇੰਨਾ ਹੀ ਹੈ। ਠੀਕ ਹੈ ਜੀ, ਧੰਨਵਾਦ ਜੀ। ਡਾਕਟਰ ਸਾਹਿਬ ਤੁਸੀਂ ਦੱਸੋ ਕਿ ਟੋਆ ਕਿੰਨਾ ਡੂੰਘਾ ਪੱਟਣਾ, ਜਸਵੀਰ ਸਿੰਘ ਜੀ ਨੇ ਸਵਾਲ ਕੀਤਾ, ਔਰ ਕਿੰਨਾ ਸਮਾਂ ਆਪਾਂ ਟੋਆ ਪੱਟ ਕੇ ਰੱਖਣਾ? ਬਹੁਤ ਹੀ ਵਧੀਆ ਸਵਾਲ ਕੀਤਾ ਜਸਵੀਰ ਸਿੰਘ ਜੀ। ਗੱਲ ਇਸ ਤਰ੍ਹਾਂ ਵਾ ਵੀ ਜੇ ਤੇ 3 ਤੋਂ 5 ਪਸ਼ੂ ਨੇ ਆਪਣੇ ਕੋਲ, ਭਾਵੇਂ ਉਹਦੇ ਕੱਟੇ ਵਛੜੂ ਨੇ ਜਾਂ ਵੱਡੇ ਪਸ਼ੂ ਨੇ, ਉਹਦੇ ਲਈ ਆਪਣੇ ਕੋਲ 6 ਮੀਟਰ ਲੰਬਾ, 1 ਮੀਟਰ ਚੌੜਾ ਤੇ 1.5 ਮੀਟਰ ਡੂੰਘਾ, ਜੀ 6x1.5 ਇਹ ਟੋਆ ਪੁੱਟ ਕੇ ਤੇ ਆਪਾਂ ਨੂੰ ਸਭ ਤੋਂ ਪਹਿਲੇ ਥੱਲੇ ਜਿਹੜੀ ਆ ਪਰਾਲੀ ਵਿਛਾ ਲੈਣੀ ਆ। ਉਸ ਤੋਂ ਬਾਅਦ ਆਪਣੇ ਨੂੰ ਗੋਹਾ ਜਿਹੜਾ ਵਾ ਉਹ ਵਿਛਾ ਦੇਣਾ ਵਾ। ਉਸ ਤੋਂ ਬਾਅਦ ਜਿਹੜਾ ਆਪਾਂ ਜਿਹੜਾ ਪਸ਼ੂਆਂ ਥੱਲੇ ਗੋਹਾ ਜਿਹੜਾ ਵਾ ਪਰਾਲੀ ਦੇ ਨਾਲ ਮਿਕਸ ਹੋਇਆ, ਪਿਸ਼ਾਬ ਦੇ ਨਾਲ ਲਿਬੜਿਆ ਹੋਇਆ ਜਿਹੜਾ ਵਾ ਉਹ ਉੱਥੇ ਵਿਛਾਣਾ ਵਾ ਤਾਂ ਕਿ ਡੀਕੰਪੋਜੀਸ਼ਨ ਹੁੰਦੀ ਜਿਹੜੀ ਆ ਜਲਦੀ ਹੋ ਸਕੇ। ਜਦੋਂ ਇਹ ਟੋਆ ਜਿਹੜਾ ਭਰ ਜਾਵੇ ਤੇ ਜ਼ਮੀਨ ਤੋਂ 1.5-2 ਫੁੱਟ ਉੱਚਾ ਹੋ ਜਾਵੇ ਤੇ ਫਿਰ ਉਸ ਟੋਏ ਨੂੰ ਜਿਹੜਾ ਵਾ ਉਹਨੂੰ ਲੇਪ ਕਰ ਦੇਣਾ ਵਾ ਤਾਂ ਕਿ ਉਹ ਇੱਕ ਵਾਰ ਉਹਦੇ ਟੈਂਪਰੇਚਰ ਜਿਹੜਾ ਵਾ ਬਹੁਤ ਵੱਧ ਜਾਵੇ ਤੇ ਦਵਾ ਦਵ ਗਲ ਸੜ ਸਕੇ। ਜਿਹੜੀ ਦੂਜਾ ਸਵਾਲ ਤੁਸੀਂ ਕੀਤਾ ਸੀ ਵੀ ਇਹ ਕਿੰਨੀ ਦੇਰ ਲੱਗੂਗੀ, ਇਹ 90 ਤੋਂ 110 ਦਿਨ ਲੱਗਦੇ ਨੇ ਆਮ ਤੌਰ ਤੇ। ਜਦੋਂ ਗਰਮੀਆਂ ਦੇ ਵਿੱਚ ਇਹ 90 ਦਿਨ ਦੇ ਵਿੱਚ ਰੂੜੀ ਜਿਹੜੀ ਆ ਕੰਪੋਸਟ ਦੇ ਵਿੱਚ ਬਦਲ ਕੇ ਤਿਆਰ ਹੋ ਜਾਂਦੀ ਹੈ। ਸਰਦੀਆਂ ਵਿੱਚ ਇਹ ਪ੍ਰੋਸੈਸ ਨੂੰ ਥੋੜਾ ਜਿਹਾ ਟਾਈਮ ਜ਼ਿਆਦਾ ਲੱਗਦਾ ਵਾ। ਜੀ ਮੇਰਾ ਖਿਆਲ ਆ ਵੀ ਜਸਵੀਰ ਸਿੰਘ ਜੀ ਇਸ ਗੱਲ ਦਾ ਜਿਹੜਾ ਖਿਆਲ ਰੱਖਣਗੇ ਔਰ ਰੂੜੀ ਦੀ ਖਾਦ ਇਸ ਤਰੀਕੇ ਦੇ ਨਾਲ ਵਧੀਆ ਤਰੀਕੇ ਦੇ ਨਾਲ ਤਿਆਰ ਕਰ ਸਕਦੇ ਆ। ਡਾਕਟਰ ਸਾਹਿਬ ਤੁਸੀਂ ਆਪਣੀ ਗੱਲ ਜਿਹੜੀ ਚੱਲ ਰਹੀ ਸੀ ਜੈਵਿਕ ਸ਼ਕਤੀ ਦੀ, ਤੁਸੀਂ ਸਾਡੀ ਧਰਤੀ ਮਾਂ ਜਿਹੜੀ ਉਹਦੇ ਬਾਰੇ ਦੇ ਵਿੱਚ ਔਰ ਸੌਰ ਮੰਡਲ ਦੀ ਜਿਹੜੀ ਵਰਤੋਂ ਆ ਆਪਾਂ ਕਿਵੇਂ ਕਰਨੀ ਹੈ ਇਹਦੇ ਬਾਰੇ ਦੇ ਵਿੱਚ ਬੜੇ ਵਿਸਥਾਰਪੂਰਵਕ ਤਰੀਕੇ ਦੇ ਨਾਲ ਸਾਡੇ ਕਿਸਾਨ ਵੀਰਾਂ ਨੂੰ ਸਮਝਾਤਾ। ਔਰ ਤੀਸਰਾ ਮਹੱਤਵਪੂਰਨ ਅੰਸ਼ ਜਿਹੜਾ ਸਾਡੀ ਜੈਵਿਕ ਸ਼ਕਤੀ ਜਾਂਦਾ ਹੈ ਉਹ ਆ ਜਾਂਦਾ ਹੈ ਗਊ ਮਾਤਾ ਦਾ। ਗਊ ਮਾਤਾ ਦੇ ਬਾਰੇ ਦੇ ਵਿੱਚ ਡਾਕਟਰ ਸਾਹਿਬ ਜੈਵਿਕ ਖੇਤੀ ਜਦੋਂ ਕਰਨੀ ਆ ਤਾਂ ਬੜਾ ਮਹੱਤਵਪੂਰਨ ਜਿਹੜਾ ਅੰਸ਼ ਜਿਹੜਾ ਉਹ ਗਿਣਿਆ ਜਾਂਦਾ ਕਿ ਗਊ ਮਾਤਾ ਦੇ ਆਪਾਂ ਹਰ ਚੀਜ਼ ਨੂੰ ਉਹਨਾਂ ਦੇ ਮਲ ਮੂਤਰ ਤੋਂ ਲੈ ਕੇ ਉਹਦੇ ਹਰ ਚੀਜ਼ ਨੂੰ ਆਪਾਂ ਜਿਹੜੀ ਜੇ ਵਧੀਆ ਤਰੀਕੇ ਦੇ ਨਾਲ ਵਰਤੋਂ ਕਰੀਏ ਤਾਂ ਆਪਾਂ ਜਿਹੜੀਆਂ ਸਾਡੀਆਂ ਫਸਲਾਂ ਦੀ ਝਾੜ ਜਿਹੜਾ ਜੈਵਿਕ ਖੇਤੀ ਨਾਲ ਆਪਾਂ ਵਧੀਆ ਤਰੀਕੇ ਨਾਲ ਲੈ ਸਕਦੇ ਹਾਂ। ਇਹਦੇ ਬਾਰੇ 'ਚ ਡਾਕਟਰ ਸਾਹਿਬ ਦੱਸੋ ਕਿ ਵਿਸਥਾਰਪੂਰਵਕ ਕਿ ਕਿਸਾਨ ਵੀਰ ਜਿਹੜੇ ਹੈਗੇ ਆ ਗਊ ਮਾਤਾ ਕਿਹੜੀ ਗਾਂ ਜਿਹੜੀ ਆ ਉਹਦਾ ਪਿਸ਼ਾਬ ਜਾਂ ਉਹਦੀ ਜਿਹੜੀ ਹੋਰ ਮਲ ਮੂਤਰ ਆ ਉਹਦੀ ਵਰਤੋਂ ਕੀਤੀ ਜਾ ਸਕਦੀ ਔਰ ਕਿਵੇਂ ਕਰ ਸਕਦੇ?
ਡਾਕਟਰ ਸਾਹਿਬ ਦੇਸੀ ਗਾਂ ਜਿਹੜੀ ਸਿਰਫ ਗਾਂ ਜਿਹੜੀ ਦੇਸੀ ਹੋਵੇ ਜੀ ਉਹਦੇ ਹਰ ਅੰਗ ਦਾ ਆਪਣਾ ਆਪਣਾ ਮਹੱਤਵ ਹੈ। ਜੀ ਖੇਤੀ ਦੇ ਵਿੱਚ ਜਿਹੜੀਆਂ ਗਾਂ ਦੇ ਸਿੰਗਾਂ ਦਾ ਤੇ ਗਾਂ ਦੇ ਗੋਬਰ ਦਾ ਤੇ ਗਾਂ ਦੇ ਪਿਸ਼ਾਬ ਦਾ ਜੀ। ਇਹ ਮੁੱਖ ਜਿਹੜਾ ਵਾ ਇਹ ਜਿਹੜਾ ਮਹੱਤਵ ਹੈਗਾ ਵਾ ਗਾਂ ਦੇ ਸਿੰਗਾਂ ਤੋਂ BD 500 ਬਾਇਓਡਾਇਨਾਮਿਕ 500 ਜਿਹੜੀ ਇੱਕ ਹੈਗੀ ਹੈ ਕਲਚਰ ਤਿਆਰ ਹੋ ਜਾਂਦਾ ਵਾ। ਕਲਚਰ ਤੋਂ ਪਹਿਲੇ ਸਭ ਤੋਂ ਭਾਵ ਮੈਂ ਤੁਹਾਨੂੰ ਦੱਸ ਦਵਾਂ ਵੀ ਜਿਵੇਂ ਆਪਾਂ ਦਹੀਂ ਦੇ ਵਿੱਚ ਖੱਟਾ ਲਾਉਂਦੇ ਆ ਤੇ ਦਹੀਂ ਸਾਡਾ ਮੁੜ ਕੇ ਕਿੰਨਾ ਸਾਰਾ ਜੰਮ ਜਾਂਦਾ, ਉਸੇ ਤਰ੍ਹਾਂ ਹੀ ਇੱਕ ਕਲਚਰ ਜੀਵਾਣੂ ਨੇ ਉਹ ਜੀਵਾਣੂ ਇਸ ਤਰ੍ਹਾਂ ਬਣਾ ਦੇਣੇ ਆਪਾਂ ਆਪਣੇ ਖੇਤਾਂ ਵਿੱਚ ਪਾ ਦੇਣੇ ਆ, ਅੱਗਾਂ ਨਹੀਂ ਲਾਣੀਆਂ ਤਾਂ ਕਿ ਸਾਡੇ ਜੀਵਾਣੂ ਜਿਹੜੇ ਮਲਟੀਪਲਾਈ ਹੋ ਕੇ ਬਹੁਤ ਹੀ ਜ਼ਿਆਦਾ ਮਾਤਰਾ ਦੇ ਵਿੱਚ ਹੋ ਜਾਣ ਤੇ ਜਿਹੜੀ ਸਾਡੇ ਕੋਲ ਰਹਿੰਦ ਖੂੰਦ ਆਪਣੀ ਖੇਤਾਂ ਦੇ ਵਿੱਚ ਜਿਹੜੀ ਵੀ ਹੋਵੇ ਉਹ ਚੰਗੀ ਤਰ੍ਹਾਂ ਡੀਕੰਪੋਜ਼ ਹੋ ਜਾਵੇ ਤਾਂ ਕਿ ਜੇ ਡੀਕੰਪੋਜ਼ ਹੋਊਗੀ ਤੇ ਆਰਗੈਨਿਕ ਮੈਟਰ ਬਣੂਗਾ ਤੇ ਹਿਊਮਸ ਦੀ ਸ਼ਕਲ ਦੇ ਵਿੱਚ ਸਾਨੂੰ ਜਿਹੜੀ ਹੈ ਤੱਤਾਂ ਦੀ ਅਵੇਲੇਬਿਲਟੀ ਜਿਹੜੀ ਹੈ ਬੂਟੇ ਨੂੰ ਹੋ ਸਕੂਗੀ। ਹੁਣ ਗੱਲ ਕੀਤੀ ਤੁਸੀਂ BD 500 ਬਣਾਣੀ ਕਿਵੇਂ ਆ, ਗਾਂ ਦੇ ਸਿੰਗ ਲੈ ਲੈਣੇ ਆ ਸਿਰਫ ਦੇਸੀ ਗਾਂ ਦੇ ਔਰ ਉਹਦੇ ਵਿੱਚ ਜਿਹੜਾ ਥੱਲੜਾ ਬੇਸ ਹੁੰਦਾ ਜਿਹੜਾ ਮੋਟਾ ਹਿੱਸਾ ਹੋਊਗਾ ਉੱਥੋਂ ਖਾਲੀ ਹੁੰਦਾ ਵਾ, ਉਹ ਖਾਲੀ ਹਿੱਸੇ ਦੇ ਉੱਤੇ ਜੇ ਕੋਈ ਬਾਹਰ ਹੁੰਦੇ ਕੋਈ ਪੇਂਟ ਲੱਗਾ ਤੇ ਪੇਂਟ ਨੂੰ ਉਤਾਰ ਦੇਣਾ ਵਾ। ਇਹ ਜਿਹੜਾ ਉਪਰਾਲਾ ਵਾ ਇਹ ਤੁਸੀਂ ਸਤੰਬਰ ਅਕਤੂਬਰ ਮਹੀਨੇ 'ਚ ਕਰਨਾ ਵਾ। ਪੰਜਾਬ ਦੇ ਵਿੱਚ ਥੋੜੀ ਜਿਹੀ ਟੈਂਪਰੇਚਰ ਜ਼ਿਆਦਾ ਰਹਿੰਦਾ ਵਾ ਤੇ ਅਕਤੂਬਰ ਨਵੰਬਰ ਦੇ ਵਿੱਚ ਕੀਤਾ ਜਾ ਸਕਦਾ ਵਾ, ਪਰ ਇਹ ਵੀ ਜਿਹੜਾ ਵਾ ਉਤਰਦੇ ਚੰਨ ਦੇ ਵਿੱਚ ਕਰਨਾ ਵਾ ਇਹਦਾ ਇਹ ਵੀ ਖਾਸ ਧਿਆਨ ਰੱਖਣਾ ਵਾ। ਗਾਂ ਦੇ ਸਿੰਗ ਨੂੰ ਉਹਦੇ ਵਿੱਚ ਜਿਹੜੀ ਦੇਸੀ ਗਾਂ ਦੁੱਧ ਦਿੰਦੀ ਹੋਵੇ ਜਿਹਦਾ ਪਿੱਛੇ ਵੱਛਾ ਵੁੱਛਾ ਹੋਵੇ ਉਹ ਜਿਹੜੀ ਦੁੱਧ ਦਿੰਦੀ ਹੋਵੇ ਉਹਦਾ ਗੋਬਰ ਲੈਣਾ ਵਾ, ਉਹ 15 ਤੋਂ 20-25 ਗ੍ਰਾਮ ਜਿਹੜਾ ਗੋਬਰ ਹੈ ਉਹ ਦੇਸੀ ਗਾਂ ਦੇ ਸਿੰਗ ਦੇ ਵਿੱਚ ਦੱਬ ਕੇ ਲੈਣਾ ਵਾ। ਇਸ ਤਰ੍ਹਾਂ ਦੇ ਜਿੰਨੇ ਵੀ ਸਿੰਗ ਲਏ ਹੋਣਗੇ ਤੁਸੀਂ ਉਹਨੂੰ ਨੇੜੇ ਕੋਠੜੇ ਦੇ ਵਿੱਚ ਤੁਸੀਂ ਉਹਨੂੰ ਠੰਡੀ ਛਾਂ ਦੇ ਵਿੱਚ ਰੱਖਣਾ ਵਾ ਤੇ ਉਹ 90 ਤੋਂ 120 ਦਿਨ ਦੇ ਵਿੱਚ ਤੁਸੀਂ ਉਹਨੂੰ ਮੁੜ ਕੇ ਪਲਟ ਕੇ ਦੇਖੋਗੇ ਤੇ ਉਹ ਬਿਲਕੁਲ ਬੂਰਾ ਜਿਹਾ ਬਣ ਜਾਊਗਾ, ਪਾਊਡਰ ਬਣ ਗਿਆ ਹੋਊਗਾ। ਉਹ ਜਿਹੜਾ ਵਾ ਸਾਨੂੰ ਪਾਊਡਰ ਜਿਹੜਾ BD 500 ਜਿਹੜੀ ਹੈ ਸਾਡੀ ਇੱਕ ਕਲਚਰ ਜਿਹਾ ਤਿਆਰ ਹੋ ਜਾਂਦਾ ਵਾ। ਉਹ BD 500 ਕਲਚਰ ਨੂੰ ਆਪਾਂ ਅੱਗੇ ਵਰਤਣਾ ਕਿਵੇਂ ਆ, ਉਹ ਸਾਡਾ ਇਸ ਤਰ੍ਹਾਂ ਵਾ ਵੀ ਜਿਹੜਾ 25 ਗ੍ਰਾਮ ਜਿਹੜਾ BD 500 ਜਿਹੜੀ ਹੈਗੀ ਹੈ ਸਾਨੂੰ 1 ਹੈਕਟੇਅਰ ਤੇ ਆਪਾਂ 13.5 ਲੀਟਰ ਪਾਣੀ ਦੇ ਵਿੱਚ ਮਿਲਾ ਕੇ ਤੇ ਉਹਦੀ ਆਪਾਂ ਸਾਰੇ 1 ਏਕੜ ਤੇ ਆਪਾਂ ਸਪਰੇਅ ਕਰ ਸਕਦੇ ਹੈਗੇ ਆ। ਤੁਹਾਡਾ ਕਹਿਣ ਦਾ ਮਤਲਬ ਡਾਕਟਰ ਸਾਹਿਬ ਵੀ BD 500 ਜੀ ਦਾ ਤੁਸੀਂ ਨਾਂ ਲਿਆ, ਇਹ ਇੱਕ ਕਿਸਮ ਦਾ ਆਪਾਂ ਕਹਿ ਲਈਏ ਇੱਕ ਜਾਗ ਆ। ਜਿਸ ਤਰ੍ਹਾਂ ਅਸੀਂ ਦਹੀਂ ਜਮਾਉਣ ਦੇ ਲਈ ਥੋੜਾ ਜਿਹਾ ਜਾਗ ਲਾਉਣੇ ਆ ਤਾਂ ਦਹੀਂ ਜਿਹੜਾ ਫੁੱਟ ਬਣ ਕੇ ਵੱਡੇ ਵੱਡੇ ਰੂਪ ਦੇ ਵਿੱਚ ਆ ਜਾਂਦੇ ਆ, ਇਸੇ ਤਰ੍ਹਾਂ ਜਦੋਂ ਅਸੀਂ ਧਰਤੀ ਨੂੰ ਜਾਗ ਲਾਵਾਂਗੇ ਤਾਂ ਜਿਹੜੇ ਸਾਡੇ ਤੱਤ ਪਏ ਆ ਤੇ ਉਹ ਜਿਹੜੀ ਉਹਨਾਂ ਦੀ ਜਿਹੜੀ ਉਪਲਬਧਤਾ ਹੈ ਉਹ ਸਾਡੀਆਂ ਫਸਲਾਂ ਨੂੰ ਹੋ ਜਾਊਗੀ। ਬਿਲਕੁਲ ਡਾਕਟਰ ਸਾਹਿਬ ਇਹ ਤਾਂ ਹੋ ਗਈ BD 500 ਦੀ ਗੱਲ। ਉਸ ਤੋਂ ਬਾਅਦ ਮੈਂ ਵੀ ਸੁਣਿਆ ਕਿ BD 500 ਤੋਂ ਵੀ ਜਿਹੜੀਆਂ ਸੀਰੀਜ਼ ਜਿਹੜੀਆਂ ਅੱਗੇ ਚੱਲਦੀਆਂ BD 501 BD 502 ਇਹਨਾਂ ਦੇ ਬਾਰੇ ਚ ਵਿਸਤਾਰਪੂਰਵਕ ਸਾਡੇ ਕਿਸਾਨ ਵੀਰਾਂ ਨੂੰ ਦੱਸੋ ਕਿ ਇਦੋਂ ਗਾਂ ਜਿਹੜੇ BD ਦੇ ਜਿਹੜੀ ਸੀਰੀਜ਼ ਚੱਲਦੀਆਂ ਉਹਦੇ ਵਿੱਚੋਂ ਕਿਸਾਨ ਵੀਰਾਂ ਨੂੰ ਕਿਹੜੇ ਤੱਤਾਂ ਦੀ ਉਪਲਬਧਤਾ ਹੁੰਦੀ ਹੈ। BD 500 ਤੇ 500 ਬਾਅਦ ਆਂਦੀ 501 ਤੇ 500 ਵਿੱਚ ਜ਼ਿਆਦਾ ਕੋਈ ਖਾਸ ਫਰਕ ਨਹੀਂ ਆ। ਉਹਦੇ ਵਿੱਚ ਇੱਕ ਸਿਲਿਕਾ ਜਿਹੜਾ ਵਾ 1 ਗ੍ਰਾਮ ਉਹਦੇ ਵਿੱਚ ਪਾਣਾ ਵਾ, ਬਾਕੀ ਜਿਹੜਾ ਪ੍ਰੋਸੀਜਰ ਜਿਹੜਾ ਹੈਗਾ ਵਿਧੀ ਜਿਹੜੀ ਹੈ ਸਾਰੀ ਉਹੀ ਹੈਗੀ ਹੈ। ਤੇ ਜਿਹੜੀ ਹੈਗੀ 502 3 4 5 6 ਤੇ 7 502 ਤੋਂ ਲੈ ਕੇ 6 ਤੱਕ ਜਿਹੜੀਆਂ ਇਹ ਤੇ ਪਾਊਡਰ ਫਾਰਮ ਵਿੱਚ ਹੁੰਦੀਆਂ। ਇਹ ਕਿਸਾਨ ਵੀਰ ਆਪ ਨਹੀਂ ਬਣਾ ਸਕਣਗੇ, ਇਹ ਕੁਝ NGOs ਨੇ ਜਾਂ ਸਾਡੀਆਂ ਇੰਡੀਅਨ ਐਗਰੀਕਲਚਰ ਰਿਸਰਚ ਇੰਸਟੀਚਿਊਟ ਰਮਾਨ ਖੇੜਾ ਲਖਨਊ ਦੇ ਵਿੱਚ ਹੈ ਉਹ ਬਣਾਉਂਦੀਆਂ ਤੇ ਉਹਨਾਂ ਕੋਲ 50 ਰੁਪਏ ਦਾ ਪੈਕਟ ਮਿਲਦਾ ਵਾ। ਉਹ ਕਿਸਾਨ ਵੀਰ ਆਪਣੇ ਪੋਸਟਲ ਆਰਡਰ ਦੇ ਕੇ ਤੇ ਇਹ ਮੰਗਾ ਵੀ ਸਕਦੇ ਨੇ। ਜਿਹੜੀ 507 ਹੈਗੀ ਹੈ ਇਹ ਜਿਹੜੀ ਹੈ 10 ml ਦੀ ਸ਼ੀਸ਼ੀਆਂ ਮਿਲਦੀਆਂ ਨੇ ਪਲਾਸਟਿਕ ਦੀ ਸ਼ੀਸ਼ੇ ਦੇ ਵਿੱਚ, ਇਹ ਤਰਲ ਪਦਾਰਥ ਦੇ ਵਿੱਚ ਹੈਗੀ ਹੈ। ਇਹ 502 ਤੋਂ 507 ਜਿਹੜੀ ਆ ਆਪਾਂ ਕੋਈ ਵੀ ਕੰਪੋਸਟ ਬਣਾਉਣੀ ਹੈ ਜਾਂ ਲਿਕੁਇਡ ਮੈਨਿਓਰ ਬਣਾਉਣੀ ਹੈ ਉਹਦੇ ਵਿੱਚ ਆਪਾਂ ਇਹਦੀ ਵਰਤੋਂ ਕਰ ਸਕਦੇ ਹਾਂ। ਡਾਕਟਰ ਸਾਹਿਬ ਤੁਸੀਂ ਬੜੇ ਵਧੀਆ ਤਰੀਕੇ ਦੇ ਨਾਲ ਵਿਗਿਆਨਕ ਤਰੀਕੇ ਦੇ ਨਾਲ ਸਾਡੇ ਕਿਸਾਨ ਵੀਰਾਂ ਨੂੰ ਜੈਵਿਕ ਖੇਤੀ ਦੇ ਬਾਰੇ ਦੇ ਵਿੱਚ ਵਿਸਥਾਰਪੂਰਵਕ ਜਾਣਕਾਰੀ ਦਿੱਤੀ ਆ। ਥੋੜੇ ਸ਼ਬਦਾਂ ਦੇ ਵਿੱਚ ਕਿਸਾਨ ਵੀਰਾਂ ਨੂੰ ਆਖਰੀ ਦੇ ਉੱਤੇ ਤੁਸੀਂ ਕੀ ਸੁਨੇਹਾ ਦੇਣਾ ਚਾਹੁੰਦੇ ਹੋ ਜੈਵਿਕ ਖੇਤੀ ਦੇ ਸੰਬੰਧ ਵਿੱਚ ਬੜੇ ਸੰਖੇਪ ਦੇ ਸ਼ਬਦਾਂ 'ਚ? ਮੇਰੀ ਤਾਂ ਕਿਸਾਨ ਵੀਰਾਂ ਨੂੰ ਇਹੀ ਬੇਨਤੀ ਹੈ ਵੀ ਸਭ ਤੋਂ ਪਹਿਲੇ ਤਾਂ ਆਪਣੀ ਜਿਹੜੀ ਨਾੜ ਨੂੰ ਅੱਗ ਲਾਉਂਦੇ ਆ ਅੱਗ ਨਾ ਲਾਈ ਜਾਵੇ। ਸੋਇਲ ਬੈਂਕ ਦੇ ਵਿੱਚ ਜਿੰਨੇ ਆਪਣਾ ਮਾਈਕਰੋ ਆਰਗੇਨਿਜ਼ਮ ਕੁਦਰਤੀ ਜੀ ਜਿਹੜੇ ਹੈਗੇ ਨੇ ਜਿੰਨੇ ਆਪਾਂ ਉੱਪਰ ਵਸਦੇ ਆ ਉਸ ਤੋਂ ਵੱਧ ਜਿਹੜੇ ਆ ਸਾਡੇ ਜੀਵਾਣੂ ਜਿਹੜੇ ਆ ਥੱਲੇ ਵਸਦੇ ਨੇ ਉਹਨਾਂ ਨੂੰ ਨਸ਼ਟ ਨਾ ਕੀਤਾ ਜਾਵੇ। ਜੇ ਆਪਾਂ ਉਹਨਾਂ ਨੂੰ ਸਾਂਭ ਲਿਆ ਤੇ ਸਾਡੀ ਧਰਤੀ ਸਮਝੂਗੀ, ਧਰਤੀ ਸਮਝੂਗੀ ਤਾਂ ਧਰਤੀ ਸਾਨੂੰ ਵੀ ਸਾਂਭ ਲਊਗੀ। ਡਾਕਟਰ ਸਾਹਿਬ ਤੁਸੀਂ ਬਹੁਤ ਵਧੀਆ ਤਰੀਕੇ ਦੇ ਨਾਲ ਔਰ ਵਿਗਿਆਨਕ ਤਰੀਕੇ ਦੇ ਨਾਲ ਅੱਜ ਸਾਡੇ ਕਿਸਾਨ ਵੀਰਾਂ ਨੂੰ ਜੈਵਿਕ ਖੇਤੀ ਦੇ ਬਾਰੇ ਦੇ ਵਿੱਚ ਜਿਹੜੀ ਜਾਣਕਾਰੀ ਦਿੱਤੀ ਆ। ਤੁਸੀਂ ਸਾਡੇ ਸਟੂਡੀਓ 'ਚ ਆਏ, ਤੁਹਾਡਾ ਬਹੁਤ ਬਹੁਤ ਧੰਨਵਾਦ। ਕਿਸਾਨ ਵੀਰੋ ਤੁਹਾਡਾ ਵੀ ਬਹੁਤ ਬਹੁਤ ਸ਼ੁਕਰੀਆ।